ਸਤਿ ਸ਼੍ਰੀ ਅਕਾਲ। ਪੰਜਾਬ ਇਸ ਵੇਲੇ ਵੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨਦੀਪ ਸਿੰਘ ਲੈ ਕੇ ਹਾਜ਼ਰ ਹਾਂ ਪੰਜਾਬ ਦੇ ਤਾਜ਼ਾ ਹਾਲਾਤ ਤੇ ਸਭ ਤੋਂ ਪਹਿਲਾਂ ਰੁੱਖ ਦਿੱਲੀ ਦੀਆਂ ਵਰੂਹਾਂ ਦੇ ਉੱਤੇ ਬੈਠੇ ਅੰਨਦਾਤੇ ਦੀ ਗੱਲ ਕਰਾਂਗੇ। ਕਿਸਾਨ ਨੂੰ ਅੰਨਦਾਤਾ ਕਿਹਾ ਜਾਂਦਾ ਹੈ ਕਿ ਉਹੀ ਕਿਸਾਨ ਲਗਾਤਾਰ ਆਪਣੀ ਮਿਹਨਤ ਦੇ ਸਦਕਾ ਪੂਰੇ ਮੁਲਕ ਦਾ ਢਿੱਡ ਭਰਦਾ, ਪਰ ਹੁਣ ਇਸ ਅੰਨਦਾਤੇ ਨੂੰ ਆਪਣੀਆਂ ਹੱਕੀ ਮੰਗਾਂ ਦੇ ਲਈ ਦਿੱਲੀ ਦੀਆਂ ਵਰੂਹਾਂ ਦੇ ਉੱਤੇ ਬੈਠ ਕੇ ਪ੍ਰਦਰਸ਼ਨ ਕਰਨਾ ਪੈ ਰਿਹਾ ਹੈ। इसने अन्नदाता होने का सबूत प्रदर्शन के दौरान भी दिता है। प्रदर्शन के दौरान किसानों के लंगर अटुट वरत रहे ने। हर रोज़ लखां लोग उत्थे प्रसादा छकते हैं ते इन्हां दे विच लंगर छकण वाले सिर्फ किसान ही नहीं बल्कि दिल्ली के वसनीक भी शामिल हुंदे ने। दस दी कि किसान जथेबंदियां ने एक वक्रे तरह का मिसाल उत्थे कायम की है, जिस दे तहत वो दिल्ली के लोगों की भी मदद कर रहे हैं। हालांकि प्रदर्शन अज तक वेखे सी जिन्हां प्रदर्शनां दे विच भुख हड़तालां हुंदियां सी जां जिन्हां प्रदर्शनां दे विच नारेबाजियां हुंदियां सी, पर इस प्रदर्शन दे विच नारे भी लगते ने, वो भी शांतमई तरीके दे नाल। इस प्रदर्शन दे विच पुलिस वालियां नूं भी प्रशादा छकाया जांदा है ते दिल्ली दे वसनीकां नूं भी, जिस तो बाद किसानी अंदोलन दे चलदिआं हुण किसानां दे लई दिल्ली वासियां दे दिलां दे विच भी प्यार जागिआ। एक तस्वीर तुहानूं गाजीपुर बार्डर की विखावांगे, जिथे हुण किसान जथेबंदियां दे वल्लों इह बार्डर नूं भी बंद कर दिता गया, जिस दी सड़क के उत्ते किसानां दे वल्लों प्रशादे तैयार करना शुरू कर दिता गया ते हुण इत्थे पक्के मोर्चे लाउण दी गल आखी जा रही है। ਅੱਗੇ ਦੀ ਤਿਆਰੀ ਇਹੀ ਹੈ, ਜਿੰਨਾ ਚਿਰ ਸਰਕਾਰ ਨਹੀਂ ਮੰਨਦੀ ਇੱਥੇ ਬੈਠੇ ਪੀਸਫੁਲੀ। ਕਿੱਥੋਂ ਆਈ ਹੈ ਜਨਤਾ? ਅਸੀਂ ਜੀ ਉੱਤਰਾਖੰਡ ਉਦਮ ਸਿੰਘ ਨਗਰ ਜ਼ਿਲ੍ਹਾ ਸਤਾਰਗੰਜ ਤਹਿਸੀਲ ਤੋਂ। ਇਹ ਲੱਗਦਾ ਹੁਣ ਸ਼ਾਂਤਮਈ ਤਰੀਕੇ ਨਾਲ ਰੱਖਣਾ ਹੈ ਕਿਸ ਤਰ੍ਹਾਂ? ਬਿਲਕੁਲ ਸ਼ਾਂਤੀਮਈ ਤਰੀਕੇ ਨਾਲ ਰੱਖਣਾ ਆ, ਔਰ ਬਾਕੀ ਜਿਹੜੇ ਸਾਡੇ ਆਗੂ ਆ ਉਹਨਾਂ ਤੇ ਨਿਰਭਰ ਆ, ਜੋ ਜਥੇਬੰਦੀਆਂ ਕਹਿਣਗੀਆਂ, अगर वो कह दिल्ली कूच करना तो करांगे। केंद्र सरकार के खेती कानूनों तो बाद पैदा हुए रेड़के तो बाद 5 दौर दीआं बैठकां केंद्र सरकार के वल्लों किसानां दे नाल कीतीआं गईआं ने, पर इन्हां मीटिंगां दे विचों कुछ भी सामने नहीं आया। आखिरकार देश के गृह मंत्री तो उम्मीदां सी कि उस मीटिंग दे विच बहुत वड्डा फैसला लिया जा सकता है, पर वो मीटिंग भी बेसिट आ रही है, जिस तो बाद किसान जथेबंदियां ने संघर्ष होर तेज करन दी गल आखी है ते इस दा ਹੁਣ एक रूप पंजाब ਦੇ ਵਿੱਚੋਂ भी ਵੇਖਣ ਨੂੰ ਮਿਲਿਆ, ਜਿੱਥੇ ਪੰਜਾਬ ਦੇ ਵਿੱਚੋਂ ਗੁਰੂ ਨਗਰੀ ਅੰਮ੍ਰਿਤਸਰ ਤੋਂ ਰਵਾਨਾ ਹੋਇਆ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦਾ ਇੱਕ ਵੱਡਾ ਕਾਫਲਾ ਦਿੱਲੀ ਵੱਲ ਕੂਚ ਕਰ ਚੁੱਕਿਆ। ਦਿੱਲੀ ਦੇ ਵੱਲ ਪ੍ਰਸਥਾਨ ਕਰ ਰਹੇ ਇਹਨਾਂ ਸਾਰੇ ਕਾਫਲਿਆਂ ਦੇ ਵਿੱਚ ਤਕਰੀਬਨ 700 ਦੇ ਕਰੀਬ ਟਰੈਕਟਰ ਟਰਾਲੀ ਮੌਜੂਦ ਹੈ। ਦੱਸੀ ਕਿ ਕਿਸਾਨ ਜਥੇਬੰਦੀਆਂ ਦੇ ਆਗੂਆਂ ਦਾ ਕਹਿਣਾ ਹੈ ਕਿ ਕਿਸਾਨ ਲਗਾਤਾਰ ਦਿੱਲੀ ਦੇ ਵੱਲ ਕੂਚ ਕਰ ਰਹੇ ਨੇ ਤੇ ਕਾਫਲਾ ਦਿਨੋਂ ਦਿਨ ਹੋਰ ਵੱਡਾ ਹੁੰਦਾ ਜਾਵੇਗਾ, ਨਾ ਕਿ ਛੋਟਾ ਹੋਵੇਗਾ। ਇਸ ਕਰਕੇ ਕੇਂਦਰ ਸਰਕਾਰ ਦੀਆਂ ਮੁਸ਼ਕਲਾਂ ਹੋਰ ਵਧਦੀਆਂ ਨਜ਼ਰ ਆ ਰਹੀਆਂ ਨੇ। ਅਸੀਂ ਅੱਜ ਪਹਿਲੋਂ ਫੈਸਲੇ ਮੁਤਾਬਕ ਸ੍ਰੀ ਦਰਬਾਰ ਸਾਹਿਬ ਅੱਜ ਮੱਥਾ ਟੇਕਣ ਤੋਂ ਬਾਅਦ ਸਾਰੇ ਦੇਸ਼ ਦੇ ਲੋਕਾਂ ਵੱਲੋਂ, ਕਿਸਾਨ ਮਜ਼ਦੂਰ ਲਹਿਰ ਵੱਲੋਂ, ਪੰਜਾਬੀਆਂ ਵੱਲੋਂ, ਪੰਥ ਵੱਲੋਂ, ਸਾਰਿਆਂ ਵੱਲੋਂ ਅਰਦਾਸ ਬੇਨਤੀ ਕੀਤੀ ਅਕਾਲ ਤਖਤ ਸਾਹਿਬ ਕਿ ਸਤਿਗੁਰ ਸੱਚੇ ਪਾਤਸ਼ਾਹ ਤੇਰਾ ਓਟ ਆਸਰਾ ਲੈ ਕੇ ਪਹਿਲੋਂ ਸਾਡਾ ਜਥਾ 27 ਨੂੰ ਇੱਥੋਂ ਰਵਾਨਾ ਹੋਇਆ ਸੀ ਗੋਲਡਨ ਗੇਟ ਤੋਂ, ਤੇ ਉਹ ਕੁੰਡਲੀ ਬਾਰਡਰ ਜਾ ਕੇ ਪਹੁੰਚਾ ਵਾ। ਦੂਸਰਾ ਜਥਾ ਅੱਜ ਅਸੀਂ ਰਵਾਨਾ ਕਰ ਰਹੇ ਹਾਂ, ਤੇ ਇਸ ਕਰਕੇ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਅਰਦਾਸ ਕਰਕੇ ਚੱਲ ਰਹੇ ਹਾਂ। ਇਹ ਤੋਂ ਗਾਹਾਂ ਗੋਲਡਨ ਗੇਟ ਤੋਂ ਅਸੀਂ ਜਿਹੜਾ ਜਥਾ ਵਾ ਉਹ ਦਿੱਲੀ ਵੱਲ ਨੂੰ ਰਵਾਨਾ ਕਰਾਂਗੇ। ਗਾਹਾਂ ਜਾ ਕੇ ਬਿਆਸ ਪੁਲ ਤੋਂ ਵੱਡਾ ਜਥਾ ਜਿਹੜਾ ਮਾਝੇ ਦਾ ਵਾ, ਇਹਦੇ ਵਿੱਚ ਕਹਿ ਲਓ ਜਿਹੜੇ ਸਾਡੇ ਗੁਰਦਾਸਪੁਰ ਦੇ, ਅੰਮ੍ਰਿਤਸਰ ਦੇ, ਤਰਨਤਾਰਨ ਦੇ ਹਜੇ ਡਿਊਟੀ ਨਹੀਂ ਸੀ ਲਾਈ, ਵਲੰਟਰੀ ਸੈਂਕੜੇ ਵਹੀਕਲਾਂ ਤੇ ਜਿਹੜੇ ਲੋਕ ਰਵਾਨਾ ਹੋ ਰਹੇ ਆ। ਇਹ ਤੋਂ ਗਾਹਾਂ ਫਿਰੋਜ਼ਪੁਰ, ਫਾਜ਼ਿਲਕਾ, ਜਲੰਧਰ, ਮੋਗਾ ਉਹ ਜਥਾ ਸਾਨੂੰ ਜਿਹੜਾ ਵਾ ਦੁਰਾਹੇ ਲਾਗੇ ਆ ਕੇ ਮਿਲੂਗਾ। ਤੇ ਇਹ ਤੁਸੀਂ ਵੇਖੋ ਹਜ਼ਾਰਾਂ ਵਹੀਕਲਾਂ ਦਾ ਜਥਾ ਜਿਹੜਾ ਵਾ 50,000 ਦੇ ਨੇੜੇ ਤੇੜੇ ਕਿਸਾਨ ਮਜ਼ਦੂਰਾਂ ਦੀ ਗਿਣਤੀ ਜਿਹੜੀ ਆ। ਅੱਜ ਅਸੀਂ ਸਿੰਘੂ ਬਾਰਡਰ ਜਿਹੜਾ ਵਾ ਪੰਜਾਬ ਦਾ, ਸ਼ੰਭੂ ਬਾਰਡਰ ਪੰਜਾਬ ਦਾ ਕ੍ਰਾਸ ਕਰਾਂਗੇ। ਪਿੱਪਲੀ ਦੇ ਲਾਗੇ ਸ਼ਾਹਬਾਜ਼ ਮਾਰਕੰਡਾ ਏਰੀਆ ਵਾ, ਜਿੱਥੇ ਰਾਤ ਸਟੇ ਕਰਾਂਗੇ। ਮੈਨੂੰ ਲੱਗਦਾ ਰਾਤ 10-11 ਸਾਨੂੰ ਜਾਂਦਿਆਂ ਵੱਜਣਗੇ। ਉਦੋਂ ਗਾਹਾਂ ਅਗਲੇ ਦਿਨ ਜਿਹੜਾ ਵਾ ਅਸੀਂ ਦਿੱਲੀ ਵੱਲ ਨੂੰ ਕੂਚ ਕਰਾਂਗੇ। ਇਹ ਭਾਜਪਾ ਦੀ ਤੇ ਮੋਦੀ ਸਰਕਾਰ ਦੀ ਪਹਿਲੋਂ ਤੋਂ ਨੀਤੀ ਰਹੀ ਆ, ਜਦੋਂ ਵੀ ਹੱਕੀ ਤੇ ਜਾਇਜ਼ ਲੋਕ ਪੱਖੀ ਕੋਈ ਵੀ ਅੰਦੋਲਨ ਚੱਲਦਾ ਵਾ ਤੇ ਉਹਨਾਂ ਨੂੰ ਲੱਗਦਾ ਵੀ ਜੇ ਅਸੀਂ ਬਦਨਾਮ ਕਰ ਲਾਂਗੇ ਤਾਂ ਅਸੀਂ ਸਫਲ ਹੋਵਾਂਗੇ। ਮੈਂ ਕਹਿੰਦਾ ਇਹ ਰਾਹ ਅਖਤਿਆਰ ਨਹੀਂ ਕਰਨਾ ਚਾਹੀਦਾ ਕੇਂਦਰ ਸਰਕਾਰ ਨੂੰ, ਇਹ ਰਾਹ ਛੱਡਣਾ ਚਾਹੀਦਾ। ਲੋਕ ਸਮਝ ਚੁੱਕੇ ਨੇ ਸੱਚਾਈ ਕੀ ਆ। ਇਹਦੇ ਨਾਲੋਂ ਜਿੰਨਾ ਜ਼ੋਰ ਉਹ ਇਹਨਾਂ ਗੱਲਾਂ ਤੇ ਲਾ ਰਹੇ ਨੇ, ਜਿੰਨਾ ਜ਼ਿਆਦਾ ਪ੍ਰਚਾਰ ਮਾਧਮਾਂ 'ਚ ਕਿਸਾਨ ਆਗੂਆਂ ਵਿਰੋਧ ਪ੍ਰਚਾਰ ਚਲਾਉਣ ਦਾ ਯਤਨ ਕੀਤਾ ਜਾ ਰਿਹਾ, ਉਹਨਾਂ ਜੇ ਉਹ ਸਿੱਟਿਆਂ ਵੱਲ ਧਿਆਨ ਦੇਣ ਤੇ ਇਹ ਦੇਸ਼ ਦੇ ਹਿੱਤ ਵਿੱਚ ਵੀ ਹੋਊਗਾ
ਤੇ ਦੇਸ਼ ਦੇ ਫਾਇਦੇ 'ਚ ਵੀ ਹੋਊਗਾ। ਉਧਰ ਅੱਜ ਪੰਜਾਬ ਕਾਂਗਰਸ ਦੇ ਆਗੂਆਂ ਦੀ ਇੱਕ ਬੈਠਕ ਹੋਈ ਹੈ, ਜਿਸ ਬੈਠਕ ਦੇ ਵਿੱਚ ਐਲਾਨ ਕੀਤਾ ਗਿਆ ਹੈ ਕਿ 14 ਤਰੀਕ ਨੂੰ ਪੂਰੇ ਪੰਜਾਬ ਦੇ ਵਿੱਚ ਪੰਜਾਬ ਕਾਂਗਰਸ ਦੇ ਵੱਲੋਂ ਵੱਡੇ ਪੱਧਰ ਦੇ ਉੱਤੇ ਪ੍ਰਦਰਸ਼ਨ ਕੀਤੇ ਜਾਣਗੇ ਤੇ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਪੰਜਾਬ ਦੇ ਸਾਰੇ ਵਿਧਾਇਕ ਮੌਜੂਦ ਹੋਣਗੇ ਤੇ ਕਾਂਗਰਸ ਪਾਰਟੀ ਦੇ ਵੱਲੋਂ ਕਿਸਾਨਾਂ ਦੇ ਹੱਕ ਦੇ ਵਿੱਚ ਹਾਂ ਦਾ ਨਾਰਾ ਮਾਰਿਆ ਜਾਵੇਗਾ। ਇਸ ਦੇ ਉੱਤੇ ਵਿਸਥਾਰ ਦੇ ਨਾਲ ਸੁਨੀਲ ਜਾਖੜ ਨੇ ਗੱਲ ਕੀਤੀ ਹੈ ਕਿ ਕੁਝ ਕਹਿਣਾ ਸੁਨੀਲ ਜਾਖੜ ਦਾ ਸੁਣਦੇ ਹਾਂ। ਕਾਨੂੰਨ ਮੋਦੀ ਸਾਹਿਬ ਦੀ ਸਰਕਾਰ ਨੇ ਪਾਸ ਕੀਤੇ ਹੈ, ਇਹਨਾਂ ਨੂੰ ਪੂਰੀ ਤਰ੍ਹਾਂ ਤੋਂ ਵਾਪਸ ਲੈਣ ਵਾਸਤੇ ਕਿਸਾਨਾਂ ਦੀ ਜਿਹੜੀ ਮੰਗ ਹੈ ਉਹਦੇ ਸਮਰਥਨ ਦੇ ਅੰਦਰ ਕਾਂਗਰਸ ਪਾਰਟੀ ਡਿਸਟ੍ਰਿਕਟ ਲੈਵਲ ਦੇ ਉੱਤੇ ਤਾਂ ਧਰਨਿਆਂ ਦੀ ਸਮਰਥਨ ਕਰੂਗੀ। ਉਹਦੇ ਇਲਾਵਾ ਸ਼ੰਭੂ ਬੈਰੀਅਰ ਦੇ ਉੱਤੇ ਕਾਂਗਰਸ ਪਾਰਟੀ ਆਪਣਾ ਇੱਕ ਧਰਨਾ ਲਾਊਗੀ 11 ਵਜੇ ਤੋਂ ਲੈ ਕੇ 3 ਵਜੇ ਤਾਈਂ। ਇਹਨਾਂ ਕਾਲੇ ਕਾਨੂੰਨਾਂ ਨੂੰ ਵਾਪਸ ਕਰਵਾਉਣ ਵਾਸਤੇ, ਕਿਸਾਨਾਂ ਦੀ ਮੰਗਾਂ ਮਨਵਾਉਣ ਵਾਸਤੇ, ਸੱਤਾ ਦੇ ਹੰਕਾਰ ਦੇ ਵਿੱਚ ਜਿਹੜੀ ਮੋਦੀ ਸਾਹਿਬ ਦੀ ਸਰਕਾਰ ਹੈ ਉਹਨੂੰ ਇਸ ਗੱਲ ਤੇ ਮਜਬੂਰ ਕਰਨ ਵਾਸਤੇ ਵੀ ਉਹ ਲੋਕਾਂ ਦੀ ਪਰੇਸ਼ਾਨੀਆਂ ਨੂੰ ਸਮਝਣ, ਉਹਨਾਂ ਦੇ ਖਦਸ਼ਿਆਂ ਨੂੰ ਸਮਝਣ, ਉਹਨਾਂ ਨੂੰ ਜਿਹੜਾ ਡਰ ਹੈ ਉਸ ਨੂੰ ਸਮਝਣ ਤੇ ਉਸ ਮਸਲੇ ਨੂੰ ਹੱਲ ਫੌਰੀ ਤੌਰ ਤੇ ਕਰਨ, ਤਾਂ ਕਿ ਦੇਸ਼ ਦੇ ਲੋਕਾਂ ਦੇ ਨਾਲ ਕਿਸਾਨਾਂ ਨੂੰ ਤੇ ਜਿਹੜੇ ਸਾਥੀ ਅੱਜ ਇੰਨੇ ਦਿਨਾਂ ਤੋਂ ਠੰਡ ਦੇ ਵਿੱਚ ਉੱਥੇ ਬਾਰਡਰ ਤੇ ਬੈਠੇ ਆ ਦਿੱਲੀ ਦੇ ਬਾਰਡਰ ਦੇ ਉੱਤੇ, ਉਹਨਾਂ ਦੇ ਮਸਲੇ ਹੱਲ ਹੋ ਕੇ ਉਹਨਾਂ ਨੂੰ ਵਾਪਸ ਘਰੇ ਭੇਜਣ, ਉਹ ਆਪਣੇ ਜਾ ਕੇ ਖੇਤ ਸਾਂਭਣ, ਆਪਣੀ ਫਸਲਾਂ ਨੂੰ ਸੰਭਾਲਣ ਤੇ ਸੱਤਾ ਤੇ ਜਿਹੜੀ ਅੱਜ ਕਿਸਾਨ ਜਥੇਬੰਦੀਆਂ ਉਹਨਾਂ ਦੇ ਵਿੱਚ ਸਹਿਮਤੀ ਹੋਣ ਦੇ ਵਿੱਚ ਇੱਕ ਮਾਤਰ ਜਿਹੜੀ ਅੜਚਨ ਆ ਰਹੀ ਹੈ ਉਹ ਕੇਂਦਰ ਸਰਕਾਰ ਦਾ ਅਹੰਕਾਰ ਹੈ। ਅਹੰਕਾਰ ਛੱਡ ਕੇ ਉਹ ਇਸ ਗੱਲ ਨੂੰ ਮੰਨਣ ਤੇ ਨਵੇਂ ਸਿਰੇ ਤੋਂ ਕਿਸਾਨਾਂ ਦੀ ਖਦਸ਼ਿਆਂ ਨੂੰ ਸਮਝ ਕੇ, ਉਹਨਾਂ ਦੀ ਜਿਹੜੀ ਆਸ਼ੰਕਾਵਾਂ ਉਹਨਾਂ ਨੂੰ ਸਮਝ ਕੇ ਨਵੇਂ ਸਿਰੇ ਤੋਂ ਇਸ ਸਾਰੇ ਗੱਲ ਨੂੰ ਚਾਲੂ ਕਰ। ਦੇਖੋ ਉਹਦੇ ਵਾਸਤੇ ਕੱਲ ਵੀ ਕਾਂਗਰਸ ਪਾਰਟੀ ਦਾ ਬਿਆਨ ਆਇਆ ਸੀਗਾ, ਦੁਸ਼ਯੰਤ ਚੌਟਾਲਾ ਜੀ ਦੀ ਮਜਬੂਰੀ ਹੈ, ਉਹਨਾਂ ਦੀ ਉਸ ਮਜਬੂਰੀ ਸਾਰੀ ਦੁਨੀਆ ਨੂੰ ਪਤਾ ਹੈ, ਉਹਨਾਂ ਦੀ ਪਰਿਵਾਰਿਕ ਮਜਬੂਰੀਆਂ ਕੀ ਹੈ ਜਿਹਦੇ ਕਰਕੇ ਉਹ ਸਰਕਾਰ ਦੇ ਵਿੱਚ ਸ਼ਾਮਿਲ ਹੋਏ ਹੈ, ਜੇ ਉਹਨਾਂ ਦੇ ਸਾਰੇ ਪਰਿਵਾਰ ਨੂੰ ਕੋਸਦੇ ਸੀਗੇ। ਅੱਜ ਮੈਂ ਸਮਝਦਾ ਵੀ ਜੋ ਕੁਝ ਉਹਨਾਂ ਦੀ ਪਾਰਟੀ JJP ਕਰ ਰਹੀ ਹੈ ਉਹਨੂੰ ਦੇਖ ਕੇ ਜਿਨ੍ਹਾਂ ਦੇ ਨਾਮ ਦੇ ਉੱਤੇ ਆ JJP ਬਣੀ ਹੈ, ਜੋ ਆਪਣੇ ਆਪ ਨੂੰ ਕਿਸਾਨ ਲੀਡਰ ਦੇ ਤੌਰ ਤੇ ਜਾਣੇ ਜਾਂਦੇ ਸੀ, ਚੌਧਰੀ ਦੇਵੀਲਾਲ ਜੀ ਆਤਮਾ, ਉਹਨਾਂ ਦੀ ਆਤਮਾ ਨੂੰ ਵੀ ਅੱਜ ਦੁੱਖ ਪਹੁੰਚ ਰਿਹਾ ਹੋਊਗਾ ਵੀ ਉਹਨਾਂ ਦੀ ਸ਼ਮੂਲੀਅਤ ਦੇ ਨਾਲ ਜਿਹੜੀ ਸਰਕਾਰ ਬਣੀ ਹੈ ਉਹ ਸਰਕਾਰ ਕਿਸਾਨਾਂ ਦੇ ਉੱਤੇ ਠੰਡੇ ਪਾਣੀ, ਗੰਦੇ ਪਾਣੀ ਦੀਆਂ ਬੁਛਾੜਾਂ, ਲਾਠੀ ਚਾਰਜ, ਅਥਰੂ ਗੈਸ ਤੇ ਹੋਰ ਤਰ੍ਹਾਂ ਦੇ ਤੋੜ ਰਹੇ ਹਾਈਵੇ ਨੂੰ, ਜਿਵੇਂ ਇੱਕ ਦੁਸ਼ਮਣ ਦੇਸ਼ ਦੀ ਫੌਜ ਨੂੰ ਰੋਕਣ ਦਾ ਪ੍ਰਯਾਸ ਕੀਤਾ ਜਾ ਰਿਹਾ ਹੋਵੇ। ਮੈਂ ਸਮਝਦਾ ਕੋਈ ਅੱਛਾ ਉਹਨਾਂ ਨੂੰ ਸ਼ੋਭਾ ਨਹੀਂ ਦਿੰਦਾ ਜਿਸ ਕਿਸਮ ਦਾ ਵਤੀਰਾ ਉਹਨਾਂ ਦੀ ਪਾਰਟੀ ਕਰ ਰਹੀ ਹੈ। ਕੈਪਟਨ ਸਾਹਿਬ ਵੀ ਆਉਣਗੇ? ਨਹੀਂ ਸਾਹਿਬ, ਅਸੀਂ ਇੱਕ ਵੱਡੀ ਜਿਹੜੀ ਰੈਲੀ ਕਰਨੀ ਹੈ ਪੰਜਾਬ ਪੱਧਰ ਦੀ, ਉਹਦੀ ਵੈਨਿਊ ਤੇ ਉਹਦੀ ਡੇਟ 14 ਤਰੀਕ ਨੂੰ ਅਨਾਉਂਸ ਕਰਾਂਗੇ, ਪਰ 14 ਤਰੀਕ ਨੂੰ ਆ ਜਿਹੜਾ ਸਾਡਾ ਕਾਂਗਰਸ ਪਾਰਟੀ ਦਾ ਧਰਨਾ ਉੱਥੇ ਸ਼ੰਭੂ ਬੈਰੀਅਰ ਤੇ ਅਸੀਂ ਲਾਵਾਂਗੇ। ਬੇਸਿਕਲੀ ਇਹ ਕੀਤਾ ਜੀ ਵੀ ਇਸ ਅਸੀਂ ਪੰਜਾਬ ਦੇ ਵਿੱਚ ਮੂਵਮੈਂਟ ਨੂੰ ਜਿਉਂਦਾ ਰੱਖਣ ਵਾਸਤੇ ਲੋਕੀ ਉੱਥੇ ਜਾ ਰਹੇ ਆ, ਇਹਨੂੰ ਕਰਦੇ ਆ, ਔਰ ਕਿਉਂਕਿ ਇੱਕ ਬੜਾ ਲੰਮਾ ਸਮਾਂ ਪੈ ਰਿਹਾ ਲੋਕਾਂ ਦੀ ਹਿੰਮਤ ਨੂੰ ਦੁਬਾਰਾ ਤਗੜਾ ਕਰਨ ਵਾਸਤੇ ਅਸੀਂ ਦੁਬਾਰਾ ਧਰਨਾ ਲਾਇਆ ਔਰ ਸ਼ੰਭੂ ਬਾਰਡਰ ਤੇ ਲਾਇਆ, ਜਿੱਥੋਂ ਮਤਲਬ ਪੰਜਾਬ ਦੀ ਹੱਦ ਸ਼ੁਰੂ ਹੁੰਦੀ ਆ, ਔਰ ਦਿੱਲੀ ਨੂੰ ਇੱਕ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਆ ਵੀ ਅਸੀਂ ਇਸ ਚੀਜ਼ ਨੂੰ ਅੱਗੇ ਹੋਰ ਵਧਾਵਾਂਗੇ, ਇਹਨੂੰ ਤਾਕਤਵਰ ਕਰਾਂਗੇ, ਔਰ ਪੋਲੀਟੀਕਲ ਤਾਕਤਾਂ ਨੂੰ ਇਹ ਅਪੀਲ ਕੀਤੀ ਆ ਵੀ ਤੁਸੀਂ ਸਾਰੇ ਪੋਲੀਟੀਕਲ ਤਾਕਤਾਂ ਇਹਦੇ ਵਿੱਚ ਆਪਣਾ ਸ਼ਮੂਲੀਅਤ ਪਾਉਣ, ਤਾਂ ਕਿ ਇਸ ਮੂਵਮੈਂਟ ਨੂੰ ਆਪਾਂ ਹੋਰ ਅੱਗੇ ਤੱਕ ਤਗੜਾ ਕਰ ਸਕੀਏ, ਕਿਉਂਕਿ ਪੋਲੀਟੀਕਲ ਲੜਾਈ ਬਣਦੀ ਜਾ ਰਹੀ ਆ। ਉੱਧਰੋਂ BJP ਇੱਕ ਪੋਲੀਟੀਕਲ ਫੋਰਸ ਆ, ਉਹਦੇ ਨਾਲ ਲੜਨ ਨੂੰ ਕਾਂਗਰਸ ਹੀ ਇੱਕ ਉਹਦਾ ਵਿਕਲਪ ਆ, ਔਰ ਲੋਕਾਂ ਦੇ ਨਾਲ ਕਾਂਗਰਸ ਨੂੰ ਵੀ ਇਹਦੇ ਵਿੱਚ ਅੱਗੇ ਵੱਧ ਕੇ ਇਹਦੇ ਵਿੱਚ ਹਮਲਾ ਮਾਰਨਾ ਚਾਹੀਦਾ ਵਾ। ਅਸੀਂ ਪ੍ਰਾਊਡ ਹਾਂ ਵੀ ਅਸੀਂ ਮਾਣ ਕਰਦੇ ਹਾਂ ਆਪਣੀ ਪਾਰਟੀ ਤੇ, ਔਰ ਆਪਣੇ ਪਾਰਟੀ ਦੇ ਨਾਲ ਲੱਗ ਕੇ ਅਸੀਂ ਇਸ ਝੰਡੇ ਨੂੰ ਬੁਲੰਦ ਕਰਕੇ ਕਿਸਾਨਾਂ ਦੀ ਆਵਾਜ਼ ਨੂੰ ਹੋਰ ਬੁਲੰਦ ਕਰਾਂਗੇ। ਉਧਰ ਦਿੱਲੀ ਦੇ ਜੰਤਰ ਮੰਤਰ ਦੇ ਉੱਤੇ ਪੰਜਾਬ ਦੇ ਵਿਧਾਇਕਾਂ ਅਤੇ ਸਾਂਸਦਾਂ ਦਾ ਧਰਨਾ ਵੀ ਲਗਾਤਾਰ ਜਾਰੀ ਹੈ। 5ਵੇਂ ਦਿਨ ਦੇ ਵਿੱਚ ਵੀ ਦਾਖਲ ਹੋ ਚੁੱਕਿਆ ਹੈ ਪ੍ਰਦਰਸ਼ਨ ਅਤੇ ਜਿੱਥੇ ਲਗਾਤਾਰ ਡਟੇ ਹੋਏ ਨੇ ਪੰਜਾਬ ਦੇ ਸਾਂਸਦ, ਬੇਸ਼ੱਕ ਗੁਰਜੀਤ ਔਜਲਾ ਹੋਣ, ਕੁਲਬੀਰ ਜੀਰਾ ਹੋਣ ਜਾਂ ਫਿਰ ਰਵਨੀਤ ਬਿੱਟੂ ਦੇ ਸਮੇਤ ਹੋਰ ਕਈ ਵਿਧਾਇਕ ਉੱਥੇ ਮੌਜੂਦ ਨੇ, ਜਿਨ੍ਹਾਂ ਦੇ ਵੱਲੋਂ ਕਿਸਾਨੀ ਹੱਕ ਦੇ ਵਿੱਚ ਇੱਕ ਪਾਰਲੀਮੈਂਟ ਸੈਸ਼ਨ ਬੁਲਾਉਣ ਦੀ ਗੱਲ ਕੀਤੀ ਜਾ ਰਹੀ ਹੈ ਤੇ ਅਪੀਲ ਹੈ ਕਿ ਪਾਰਲੀਮੈਂਟ ਸੈਸ਼ਨ ਬੁਲਾ ਕੇ ਇਹਨਾਂ ਖੇਤੀ ਕਾਨੂੰਨਾਂ ਨੂੰ ਜਲਦ ਤੋਂ ਜਲਦ ਰੱਦ ਕੀਤਾ ਜਾਵੇ। ਅਸੀਂ ਸਾਰੇ ਇੱਥੇ ਆਪਣੇ ਕਿਸਾਨ ਦੀ ਮਦਦ ਤੇ ਬੈਠੇ ਹਾਂ, ਕਿਸਾਨ ਦੇ ਵਾਸਤੇ ਬੈਠੇ ਹਾਂ। ਫੈਸਲਾ ਕਿਸਾਨ ਯੂਨੀਅਨਸ ਦੇ ਲੀਡਰ ਨੇ ਕਰਨਾ। ਮੈਂ ਸਮਝਦਾ ਕਿ ਸਰਕਾਰ ਬੇਫਜ਼ੂਲਾ ਮੀਟਿੰਗਾਂ ਬੁਲਾ ਕੇ ਇੱਕ ਟੁੱਟੇ ਭੱਜੇ ਪ੍ਰਸਤਾਵ ਤੇ ਅਮੈਂਡਮੈਂਟਾਂ ਜਿਹੜੀਆਂ ਉਹਨਾਂ ਨੂੰ ਭੇਜ ਰਹੀਆਂ। ਜੇ ਕਿਸਾਨ ਯੂਨੀਅਨਸ ਦੀ, ਜੇ ਕਿਸਾਨਾਂ ਦੀ ਮੰਗ ਆ ਕਿ ਤੁਸੀਂ ਇਹ ਬਿੱਲ ਰੱਦ ਕਰੋ, ਜੇ ਤੇ ਇਹਨਾਂ ਨੂੰ ਕਰੋ।
ਜਿੰਨਾ ਇਹ ਲੇਟ ਕਰ ਰਹੇ ਆ, ਦੇਸ਼ ਦੇ ਵਿੱਚ ਮਾਹੌਲ ਖਰਾਬ ਹੋ ਰਿਹਾ, ਦੇਸ਼ ਦੇ ਲੋਕ ਜਿਹੜੇ ਆ ਉਹ ਖੱਜਲ ਹੋ ਰਹੇ। ਠੰਡ ਦੇ ਨਾਲ, ਬਿਮਾਰੀ ਦੇ ਕਾਰਨ ਲੋਕਾਂ ਦੀਆਂ ਜਾਨਾਂ ਜਿਹੜੀਆਂ ਉਹ ਜਾ ਰਹੀਆਂ ਵਾ। ਲੋਕ ਆਪਣੇ ਪਰਿਵਾਰਾਂ ਤੋਂ ਦੂਰ ਬੈਠੇ ਨੇ ਤੇ ਸਰਕਾਰ ਦਾ ਸਿਆਪਾ ਕਰ ਰਹੇ ਆ। ਮੈਂ ਅੱਜ ਵੀ ਕਹਿਣਾ ਕਿ ਤੁਸੀਂ ਇਸ ਅੰਦੋਲਨ ਦੀ ਗਹਿਰਾਈ ਨੂੰ ਸਮਝੋ, ਲੋਕਾਂ ਦੇ ਜਜ਼ਬਾਤਾਂ ਨੂੰ ਸਮਝੋ। ਇਹੋ ਜਿਹੇ ਜਜ਼ਬਾਤ ਆਜ਼ਾਦੀ ਤੋਂ ਬਾਅਦ ਮੈਂ ਅੱਜ ਵੇਖਿਆ, ਜਦੋਂ ਹਰ ਧਰਮ, ਹਰ ਜਾਤ ਦੇ ਲੋਕ ਇੱਕ ਮੰਚ ਤੇ ਇਕੱਠੇ ਨੇ। ਮੈਂ ਅੱਜ ਵੀ ਕਹਿਣਾ, ਅਮਿਤ ਸ਼ਾਹ ਜੀ, ਨਰਿੰਦਰ ਮੋਦੀ ਜੀ, ਇਸ ਚੀਜ਼ ਨੂੰ ਲੇਟ ਨਾ ਕਰੋ। ਜਿੱਡੀ ਜਲਦੀ ਹੋ ਸਕਦਾ ਇਹਨਾਂ ਦੀਆਂ ਬਿੱਲ ਰੱਦ ਕਰਕੇ ਕਿਸਾਨਾਂ ਦੀਆਂ ਮੰਗਾਂ ਮੈਂ ਜਿਹੜੀ ਕ੍ਰਿਸ਼ੀ ਮੰਤਰੀ ਦੀ ਪ੍ਰੈਸ ਕਾਨਫਰੰਸ ਹੈ ਕਿ ਬਿੱਲ ਨਹੀਂ ਹਟਨੇ, ਉਹਨਾਂ ਨੂੰ ਇਹੀ ਜੀ ਗੱਲ ਪ੍ਰੈਸ ਕਾਨਫਰੰਸ ਰਾਹੀਂ ਨਹੀਂ ਦੱਸਣੀ ਚਾਹੀਦੀ। ਜੇ ਕੋਈ ਗੱਲ ਹੈ, ਜਿੰਨਾ ਚਿਰ ਤੁਹਾਡੀ ਟੇਬਲ ਟਾਕ ਚੱਲ ਰਹੀ ਹੈ, ਤੁਹਾਡੀ ਉਹਨਾਂ ਨਾਲ ਗੱਲਬਾਤ ਚੱਲ ਰਹੀ ਹੈ, ਉਸ ਤੋਂ ਬਾਅਦ ਵਿੱਚੇ ਕਦੀ ਤੁਸੀਂ ਕਹਿੰਦੇ ਚਾਈਨਾ ਨੇ ਉਹਨਾਂ ਨੇ ਇਹਨਾਂ ਨੂੰ ਫੰਡਿੰਗ ਕੀਤੀ ਹੈ, ਕਦੀ ਤੁਸੀਂ ਕਹਿੰਦੇ ਇਹ ਵਾਪਸ ਨਹੀਂ ਹੋਣੇ। ਜਦੋਂ ਤੁਹਾਡਾ ਕੋਈ ਫੈਸਲਾ ਹੀ ਨਹੀਂ ਹੋਇਆ, ਜਿਹੜਾ ਫੈਸਲਾ ਜਦੋਂ ਤੁਸੀਂ ਬੰਦ ਕਮਰੇ 'ਚ ਮੀਟਿੰਗ ਕਰਦੇ 8-8 10-10 ਘੰਟੇ, ਉਹਦਾ ਨਿਚੋੜ ਜਿਹੜਾ ਜੇ ਤੁਹਾਡਾ ਨਹੀਂ ਫਾਈਨਲ ਨਿਕਲਿਆ ਤਾਂ ਤੁਸੀਂ ਇਹ ਕਹੋ ਜੇ ਗੱਲ ਮੁੱਕੀ ਨਹੀਂ। ਤੁਸੀਂ ਇਹਦਾ ਮੈਸੇਜ ਕੀ ਦੇਣਾ ਚਾਹੁੰਦੇ ਜੀ? ਇਹਦਾ ਮਤਲਬ ਤੁਸੀਂ ਕਸਾਉਂਦੇ ਜੇ ਕਿਸਾਨਾਂ ਨੂੰ, ਜਦੋਂ ਤੁਹਾਨੂੰ ਪਤਾ ਕਿਸਾਨ ਇਸ ਗੱਲ ਤੇ ਜਿਹੜੇ ਕਿ ਬਿੱਲ ਵਾਪਸ ਲਓ। ਤੁਸੀਂ ਕਹਿੰਦੇ ਜੇ ਕਿ ਅਸੀਂ ਇੰਨੇ ਨਾ ਆਹ ਚੀਜ਼ਾਂ ਦਾ ਵਿੱਚ ਅਮੈਂਡਮੈਂਟ ਕਰ ਦਿੰਦੇ ਹਾਂ, ਪਰ ਉਹ ਗੱਲ ਫਾਈਨਲ ਤਾਂ ਨਹੀਂ ਨਾ ਹੋਈ। ਉਸ ਗੱਲ ਨੂੰ ਫਾਈਨਲ ਜਿੰਨਾ ਚਿਰ ਨਹੀਂ ਹੋ ਜਾਂਦਾ, ਉਹਦੇ ਵਿਚਕਾਰ ਜਦੋਂ ਵੀ ਕੋਈ ਬਿਆਨ ਦਿੰਦਾ, ਉਹਦਾ ਮਤਲਬ ਸਿੱਧਾ ਜਿਹਾ ਹੈ ਉਹਨਾਂ ਨੂੰ ਉਕਸਾਉਣ ਦਾ। ਸੋ ਮੰਤਰੀ ਜਿਹੜੇ ਕੇਂਦਰੀ ਮੰਤਰੀ ਨੇ ਇਸ ਗੱਲ ਨੂੰ ਸਮਝਣ, ਇਹਨੂੰ ਸੰਜੀਦਗੀ ਦੇ ਨਾਲ ਲੈਣ। ਇਹਨੂੰ ਇੱਕ ਐਵੇਂ ਇਹ ਨਹੀਂ ਗੱਲ ਕਿ ਇੱਕ ਮੰਤਰੀ ਨੇ ਕੋਈ ਬਿਆਨ ਦਿੱਤਾ, ਦੂਸਰੇ ਨੇ ਕੋਈ ਦਿੱਤਾ। ਇਹ ਬੜਾ ਸੰਜੀਦਾ ਮਸਲਾ ਹੈ। ਜਿਹੜੀ ਕਮੇਟੀ ਲੱਗੀ, ਜਿਹੜੇ ਮਿਨਿਸਟਰ ਲੱਗੇ ਨੇ, ਉਹਨਾਂ ਤੋਂ ਇਲਾਵਾ ਦੂਜੇ ਬੰਦੇ ਨੂੰ, ਔਰ ਨਾਲ ਦੂਜੀ ਗੱਲ ਤੋਮਰ ਤੇ ਆਪ ਇਸ ਮਿਨਿਸਟਰੀ ਦੇ ਨਾਲ ਸੰਬੰਧਿਤ ਹੈ, ਉਹਨਾਂ ਦਾ ਮਤਲਬ ਨਹੀਂ ਬਣਦਾ ਜਦੋਂ ਤੁਸੀਂ ਕਹਿ ਦਿੱਤਾ ਉਹਨਾਂ ਨੂੰ ਅੰਦਰ ਬਿਠਾ ਕੇ। ਇਹਦਾ ਮਤਲਬ ਕੀ ਹੈ ਕਿ ਤੁਸੀਂ ਅਜੇ ਮੀਟਿੰਗ ਜਦੋਂ ਨੈਕਸਟ ਹੋਏਗੀ ਉਸ ਤੋਂ ਬਾਅਦ ਕੋਈ ਗੱਲ ਹੋਏਗੀ ਫਿਰ ਦੱਸ ਦਿਓ। ਸੋ ਇਹ ਕੱਲ ਇੱਕ ਮੰਤਰੀ ਦਾ ਬਿਆਨ ਆ ਗਿਆ ਕਿ ਚਾਈਨਾ ਫੰਡਿੰਗ ਕਰਨ ਦਿਆ, ਪਰਸੋਂ ਤੇ ਕੱਲ ਇਹਨਾਂ ਨੇ ਨਾਲ ਦਿੱਤਾ ਜੀ ਅਸੀਂ ਬਿੱਲ ਵਾਪਸ ਨਹੀਂ ਲੈਣੇ। ਦਿੱਲੀ ਦੇ ਵਿੱਚ ਐਮਸੀਡੀ ਨੂੰ ਫੰਡ ਜਾਰੀ ਨਾ ਹੋਣ ਦੇ ਚੱਲਦਿਆਂ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਨੇ। ਬੀਤੇ ਦਿਨੀ ਭਾਜਪਾ ਦੇ ਆਗੂਆਂ ਦੇ ਵੱਲੋਂ ਆਮ ਆਦਮੀ ਪਾਰਟੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਘਰ ਦੇ ਬਾਹਰ ਪ੍ਰਦਰਸ਼ਨ ਕੀਤਾ ਗਿਆ ਸੀ, ਜਿਸ ਤੋਂ ਬਾਅਦ ਹੁਣ ਕਾਂਗਰਸ ਦੀ ਆਗੂ ਦੇ ਵੱਲੋਂ ਇਸ ਦੇ ਉੱਤੇ ਚੁਟਕੀ ਲਈ ਗਈ ਹੈ। ਕਾਂਗਰਸੀ ਆਗੂ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਮਿਲ ਕੇ ਲੋਕਾਂ ਦੀ ਅੱਖਾਂ ਦੇ ਵਿੱਚ ਮਿੱਟੀ ਪਾ ਰਹੇ ਨੇ ਤੇ ਆਪਸ ਦੇ ਵਿੱਚ ਰਲ ਮਿਲ ਕੇ ਹੀ ਇਹ ਸਰਕਾਰ ਚਲਾ ਰਹੇ ਨੇ। देखिए, प्रोटेस्ट करने का अधिकार तो डेमोक्रेसी में हर किसी के पास है। मुद्दा अगर आपका सही है तो आप कर सकते हैं, लेकिन दिल्ली में तो ये दोनों एक ही सिक्के के पहलू हैं। बीजेपी और आम आदमी पार्टी नौटंकी करती है सड़कों पर, एक दूसरे के खिलाफ बोलते हैं, लेकिन अंदर इनके हाथ मिले हुए हैं। सहूलियत की राजनीति तो कोई केजरीवाल और मोदी जी से करना सीखे कि जब मन करे तो हाथ बढ़ा लो और जब मन करे तो हाथ खींच लो। तो मैं मानती हूँ कि दिल्ली की जनता इसी वजह से जो है पीड़ा में है, क्योंकि दोनों ही जिम्मेदारी लेने को तैयार नहीं होते हैं। एक मुख्यमंत्री की नैतिक जिम्मेदारी बनती है कि अगर फंड्स नहीं रिलीज़ किए तो रिलीज़ किए जाएं, और केंद्र में बैठे प्रधानमंत्री की जिम्मेदारी बनती है कि दिल्ली कैपिटल है हमारा देश का, तो इंश्योर करे कि फ़ंड्स की कमी नहीं हो। तो जिम्मेदारी तो दोनों की है। ऐसा पहले कभी नहीं हुआ दिल्ली में। शीला जी भी मुख्यमंत्री रही, वाजपेयी जी की भी सरकार थी, तो पहले भी बीजेपी और कांग्रेस के अलग अलग स्ट्रक्चर में सरकारें रही हैं, लेकिन शिष्टाचार होता था, सरकार चलाने की एक समझ होती थी, जो अब इन दोनों पार्टियों में नहीं है। ये मोहल्ले में खड़े होकर जैसे लोग लड़ते हैं, ये वैसे तो लड़ते हैं दिखाने के लिए, और जब साथ होना होता है तो एक दूसरे के खिलाफ चुप भी हो जाते हैं अहम मुद्दों पर। तो मैं मानती हूँ कि ये जो नकली राजनीति है जनता समझती है। फिलहाल दिल्ली नहीं, फिर मुड़ हाजिर होने आ नवीं ते ताज़ा अपडेट्स दे नाल। तद तक ਲਈ ਮੈਨੂੰ ਦਿਓ इजाजत। धन्यवाद।